ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਚੈਨਲ ਸਟਾਰ ਆਨਲਾਈਨ ਸਟੱਡੀ ਵਿੱਚ। ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਭਾਸ਼ਾ ਦੇ ਬਾਰੇ ਵੀ ਰੀਟ ਭਰਤੀ ਦੇ ਵਿੱਚ ਪੰਜਾਬੀ ਭਾਸ਼ਾ ਦਾ ਕੀ ਯੋਗਦਾਨ ਹੈ, ਕਿਵੇਂ ਪ੍ਰਸ਼ਨ ਆਉਂਦੇ ਆ, ਕਿੰਨੇ ਪ੍ਰਸ਼ਨ ਆਉਂਦੇ ਆ, ਕਿਸ ਤਰੀਕੇ ਨਾਲ ਮੁੱਖ ਗੱਲਾਂ ਹੈਗੀਆਂ ਉਹਦੇ ਬਾਰੇ ਗੱਲ ਕਰਾਂਗੇ। ਤਾਂ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਤੁਹਾਨੂੰ ਪਤਾ ਚੱਲੂਗਾ ਕਿ ਪੰਜਾਬੀ ਦਾ ਪੇਪਰ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿਹੜੇ ਪ੍ਰਸ਼ਨ ਕਿੰਨੇ ਆਉਂਦੇ ਆ ਉਹਨਾਂ ਦੇ ਬਾਰੇ ਜਾਣਕਾਰੀ ਮਿਲੂਗੀ। ਤੇ ਆਹ ਜਿਹੜਾ ਪੇਪਰ ਵੀ ਹੱਲ ਕਰਵਾਇਆ ਜਾਊਗਾ APS ਟੈਟ 2020 ਦਾ एग्ज़ाम होया सीगा ਉਹਦਾ ਹੈਗਾ ਤੇ ਆਪਾਂ ਇਸ ਦੇ ਆਧਾਰ ਲੈ ਕੇ ਚੱਲ ਸਕਦੇ ਹਾਂ ਵੀ ਪੇਪਰ ਕਿਸ ਤਰੀਕੇ ਦਾ ਆਊਗਾ। ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਕੁੱਲ 30 ਪ੍ਰਸ਼ਨ ਆਉਣਗੇ ਜੀ, ਚਾਹੇ ਲੈਵਲ ਤੁਹਾਡਾ ਫਸਟ ਹੈ ਚਾਹੇ ਸੈਕਿੰਡ ਹੈ, ਉਹਦੇ ਬਾਰੇ ਚਰਚਾ ਕਰ ਲਾਂਗੇ ਜੀ। ਹੁਣ ਭਾਸ਼ਾ ਤੁਸੀਂ ਪਹਿਲੀ ਰੱਖੀ ਚਾਹੇ ਦੂਜੀ ਰੱਖੀ ਹੈ, ਤੁਹਾਨੂੰ 30 ਪ੍ਰਸ਼ਨ ਹੀ ਆਉਣਗੇ। ਹੁਣ ਆਪਾਂ ਗੱਲ ਕਰਦੇ ਹਾਂ ਵੀ ਇਹਦੇ ਵਿੱਚ ਮੁੱਖ ਗੱਲਾਂ ਕਿਹੜੀਆਂ ਨੇ ਜੀ। ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ, ਜੇ ਚੰਗੀ ਨਾ ਲੱਗੇ ਤਾਂ ਸਕਿਪ ਕਰ ਦਿਓ ਜੀ। ਬਹੁਤਾ ਟਾਈਮ ਨਹੀਂ ਹੈ ਜੀ, ਆਪਾਂ ਜ਼ਿਆਦਾ ਟਾਈਮ ਨਹੀਂ ਲਵਾਂਗੇ। ਗੱਲ ਕਰਾਂਗੇ ਜੀ ਪੰਜਾਬੀ ਦੇ ਵਿੱਚ ਜਿਹੜਾ ਪਹਿਲਾ ਭਾਸ਼ਾ ਦੇ ਸੰਬੰਧਿਤ ਪੁੱਛੇ ਜਾਣਗੇ ਨਾ, ਟੀਚਿੰਗ ਆਫ ਮੈਥਡ ਦੇ ਬਾਰੇ ਪੁੱਛਿਆ ਜਾਊਗਾ। ਤਾਂ ਜਿਵੇਂ ਪਹਿਲੇ ਪ੍ਰਸ਼ਨ ਦੇ ਵਿੱਚ ਪੁੱਛ ਰੱਖਿਆ ਇਹਨਾਂ ਨੇ ਟੀਚਿੰਗ ਮੈਥਡ ਦੇ ਬਾਰੇ ਪੁੱਛ ਰੱਖਿਆ ਕਿ ਦੇਖੋ ਭਾਸ਼ਾ ਸਿੱਖਿਆ ਪੰਜਾਬੀ ਵਿੱਚ ਅਧਿਆਪਕ ਨੂੰ ਦੇਖਣ ਤੇ ਸੁਣਨ ਦੇ ਸਹਾਇਕ ਸਾਧਨ ਦੀ ਵਰਤੋਂ ਚੋਣ ਕਿਹੜੇ ਆਧਾਰ ਤੇ ਕਰਨੀ ਚਾਹੀਦੀ ਹੈ। ਹੁਣ ਇਹਦੇ ਵਿੱਚ ਸਹਾਇਕ ਸਾਮਗਰੀ ਦੇ ਬਾਰੇ ਪੁੱਛ ਲਿਆ, ਜਿਹੜੀ ਹਿੰਦੀ ਦੇ ਵਿੱਚ ਕਹਿੰਦੇ ਆ ਦੇਖਣ ਸੁਣਨ ਦੇ ਸਾਧਨਾਂ ਦਾ ਕੋਈ ਵੀ ਵਿਦਿਅਕ ਮੁੱਲ ਹੋਣਾ ਚਾਹੀਦਾ ਹੈ। ਇਹ ਵੀ ਗੱਲ ਸਹੀ ਹੈ ਵੀ ਇਹਦੇ ਵਿੱਚ ਸਹੀ ਹੈ ਜਿਹੜੀ ਗੱਲ ਦੱਸਣੀ। ਦੂਜੀ ਹੈ ਜੀ ਦੇਖਣ ਸੁਣਨ ਤੇ ਉਪਕਰਨ ਪਾਠ ਦੀਆਂ ਲੋੜਾਂ ਦੇ ਅਨੁਕੂਲ ਹੋਣੇ ਚਾਹੀਦੇ ਵੀ ਜਿਹੜੀ ਆਪਣੇ ਲੋੜ ਦੇ ਅਨੁਕੂਲ ਹੋਣੇ ਚਾਹੀਦੇ ਹੈ। ਤੀਜੀ ਇਹ ਗੱਲ ਕਹਿ ਰਿਹਾ ਹੈਗਾ ਵੀ ਦੇਖਣ ਸੁਣਨ ਦੇ ਸਧਾਰਨ ਤੇ ਅਸਲੀ ਵਸਤੂ ਦੀ ਸੱਚੀ ਤੇ ਠੀਕ ਤੇ ਅਸਲੀ ਬਦਲ ਨੂੰ ਪੇਸ਼ ਕਰ ਸਕੇ ਹਨ, ਵੀ ਜਿਹੜੇ ਸਾਧਨ ਹੈ ਉਹਦੀ ਵਿੱਚ ਦੀ ਸੋਝ ਕੀ ਹੈਗਾ ਉਹਨੂੰ ਪੇਸ਼ ਕਰ ਸਕਦੇ। ਤਿੰਨੇ ਹੀ ਮਹੱਤਵਪੂਰਨ ਹੈ ਜੀ, ਆਪਾਂ ਦੇਖ ਸਕਦੇ ਹਾਂ ਜੀ, ਜ਼ਰੂਰੀ ਤੱਤ ਹੈ ਜੀ। ਅਗਲਾ ਪ੍ਰਸ਼ਨ ਜਿਸ ਤਰੀਕੇ ਨਾਲ ਪਹਿਲਾ ਟੀਚਿੰਗ ਮੈਥਡ ਦਾ ਹੋ ਗਿਆ, ਦੂਜਾ ਦੇਖੋ ਦੂਜਾ ਵੀ ਟੀਚਿੰਗ ਮੈਥਡ ਦਾ ਹੈ ਕਿ ਇਹਦੇ ਵਿੱਚ ਆਹ ਗੱਲ ਕਹੀ ਹੈ ਕਿ ਵਿਦਿਆਰਥੀਆਂ ਦੀਆਂ ਭਾਸ਼ਾ ਸੰਬੰਧੀ ਤਰੁੱਟੀਆਂ ਦੂਰ ਕਰਨ ਲਈ ਪੰਜਾਬੀ ਦੇ ਅਧਿਆਪਕ ਦੀ ਕਿਹੜੀ ਉਪਚਾਰੀ ਵਿਧੀ ਦੀ ਵਰਤੋਂ ਕਰਨੀ ਚਾਹੀਦੀ। ਦੇਖੋ ਉਪਚਾਰ ਕਿਸ ਤਰੀਕੇ ਨਾਲ ਹੈ, ਗੁੱਟ ਦੇ ਵਿੱਚ ਉਪਚਾਰ ਕਰਨਾ ਵੀ ਗਰੁੱਪ ਦੇ ਵਿੱਚ ਲਿਜਾ ਕੇ ਉਹਦੀ ਜਿਹੜੀਆਂ ਤਰੁੱਟੀਆਂ ਉਹ ਦੂਰ ਕਰਨੀਆਂ, ਗੱਲ ਸਹੀ ਹੈਗੀ। ਦੂਜੀ ਹੈਗੀ ਵਿਅਕਤੀਗਤ ਉਪਚਾਰ ਵਿਧੀ, ਜੇ ਬੱਚਾ ਇਕੱਲਾ ਸਹਿਜ ਮਹਿਸੂਸ ਨਹੀਂ ਕਰਦਾ ਤਾਂ ਉਹਨੂੰ ਵਿਅਕਤੀਗਤ ਯਾਨੀ ਪਰਸਨਲ ਵੀ ਦੱਸ ਦਿਓ। ਤੀਜਾ ਇਹ ਗੱਲ ਕਹਿ ਰਿਹਾ ਹੈ ਕਿ ਸਮੂਹਿਕ ਉਪਚਾਰ ਵਿਧੀ, ਵੀ ਸਾਰੇ ਅਗਰ ਕਲਾਸ ਦੇ ਵਿੱਚ ਜ਼ਿਆਦਾ ਬੱਚੇ ਗਲਤੀ ਕਰ ਰਹੇ ਆ ਤਾਂ ਆਪਾਂ ਸਮੂਹ ਕਲਾਸ ਲੈ ਕੇ ਉਸ ਗਲਤੀ ਨੂੰ ਸਮੂਹ ਦੇ ਵਿੱਚ ਵੀ ਸੁਧਾਰ ਸਕਦੇ ਹਾਂ। ਤਾਂ ਤਿੰਨੇ ਮੈਥਡ ਜ਼ਰੂਰੀ ਨੇ, ਇਹਦੇ ਵਿੱਚ ਆਊਗਾ ਉਪਰੋਕਤ ਸਾਰੇ ਜੀ। ਇਹ APS ਟੈਟ ਦਾ ਐਗਜ਼ਾਮ ਹੈ ਜੀ, ਰੀਟ ਦੇ ਵਿੱਚ ਇਸ ਤੋਂ ਈਜ਼ੀ ਲੈਵਲ ਰਹੂਗਾ, ਇਸ ਤੋਂ ਹਾਰਡ ਨਹੀਂ ਰਹਿੰਦਾ ਜੀ, ਧਿਆਨ ਰੱਖਿਓ ਜੀ। ਅਗਲਾ ਪ੍ਰਸ਼ਨ ਹੈ ਪੰਜਾਬੀ ਭਾਸ਼ਾ ਦੀਆਂ ਸਿੱਖਿਆ ਦੇ ਸਹਾਇਕ ਸਾਧਨਾਂ ਦੀ ਜਾਦੂ ਦੀ ਲਾਲਟਨ ਤੇ ਉਹ ਐਪੀਡਾਸਕੋਪ ਦਾ ਆਧੁਨਿਕ ਰੂਪ ਕਿਹੜਾ ਹੈ। ਹੁਣ ਇਹ ਪਹਿਲਾਂ ਜਾਦੂ ਦੀ ਲਾਲਟਨ ਸੀ, ਐਪੀਡਾਸਕੋਪ ਸੀ, ਉਹਦਾ ਆਧੁਨਿਕ ਰੂਪ ਟੈਲੀਵਿਜ਼ਨ। ਇਹ ਤਾਂ ਨਹੀਂ ਹੋ ਸਕਦਾ, ਕੰਪਿਊਟਰ ਵੀ ਨਹੀਂ ਹੋ ਸਕਦਾ, ਓਵਰਹੈਡ ਪ੍ਰੋਜੈਕਟਰ ਹੈ ਜੀ, ਜਿਹੜਾ ਪ੍ਰੋਜੈਕਟਰ ਕਲਾਸਾਂ 'ਚ ਲਾਉਂਦੇ ਉਹ ਹੈ। ਤਾਂ ਇਹਦਾ ਆਨਸਰ ਹੋ ਜਾਊਗਾ A, ਓਵਰਹੈਡ ਪ੍ਰੋਜੈਕਟਰ ਜੀ। ਤਾਂ ਦੇਖੋ ਜੀ ਟੀਚਿੰਗ ਮੈਥਡ ਦੇ ਪ੍ਰਸ਼ਨ ਹੈ, ਬਹੁਤ ਹੀ ਆਸਾਨ ਨੇ ਜੀ, ਡਰਨ ਦੀ ਕੋਈ ਲੋੜ ਨਹੀਂ ਹੈ ਜੀ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਆ ਜਾਂਦਾ ਹੈ ਵੀ ਬੱਚਿਆਂ ਦੀਆਂ ਅੱਖਰ ਰਚਨਾ ਯਾਨੀ ਜਿਹੜੀ ਲਿਖਤੀ ਚੀਜ਼ ਹੁੰਦੀ ਹੈ ਉਹਨੂੰ ਸਿਖਾਉਣ ਲਈ ਹੇਠ ਲਿਖੀਆਂ ਵਿੱਚੋਂ ਕਿਹੜੀ ਵਿਧੀ ਸਹੀ ਹੈ। ਹੁਣ ਦੇਖੋ ਜੀ ਇਹਦੇ ਵਿੱਚ ਲਿਖੇ ਅੱਖਰ ਦੇ ਉੱਤੇ ਕਲਮ ਚਲਾਉਣਾ, ਬੋਲ ਲਿਖਤ ਵਿਧੀ ਜਾਂ ਵੇਖ ਲਿਖਤ ਵਿਧੀ, ਜਾਂ ਇਹਨਾਂ ਵਿੱਚ ਕੋਈ ਨਹੀਂ। ਹੁਣ ਇਹਦੇ ਵਿੱਚ ਬੱਚੇ ਕਨਫਿਊਜ਼ ਹੋ ਜਾਣਗੇ ਵੀ ਵੇਖ ਕੇ ਲਿਖਣਾ ਬੱਚਾ ਕਿਵੇਂ ਲਿਖ ਸਕੂਗਾ ਜੇ ਉਹਨੂੰ ਲਿਖਣਾ ਹੀ ਨਹੀਂ ਆਉਂਦਾ। ਤਾਂ ਦੂਜਾ ਹੈ ਬੋਲ ਕੇ ਲਿਖਣਾ, ਬੋਲ ਕੇ ਤਾਂ ਇਦੋਂ ਵੀ ਔਖਾ ਹੋ ਜੂਗਾ ਕੰਮ। ਤੀਜਾ ਹੈ ਜੀ ਲਿਖੇ ਹੋਏ ਅੱਖਰ ਜਿਹੜੇ ਹੁੰਦੇ ਜਿਵੇਂ ਆ ਕੱਕਾ, ਇਸ ਤਰੀਕੇ ਨਾਲ ਬਣਾ ਦਿਓ ਤੁਸੀਂ, ਬੱਚਾ ਇਹਦੇ ਉੱਤੇ ਚਲਾ ਕੇ ਕੱਕਾ ਬਣਾ ਦੂਗਾ ਜੀ। ਤਾਂ ਇਹਦੇ ਵਿੱਚ ਇਹ ਸਹੀ ਹੋਊਗਾ। ਦੇਖੋ ਟੀਚਿੰਗ ਮੈਥਡ ਦੇ ਬਹੁਤ ਆਸਾਨ ਪ੍ਰਸ਼ਨ ਨੇ ਜੀ, ਘਬਰਾਉਣ ਦੀ ਕੋਈ ਲੋੜ ਨਹੀਂ ਹੈ ਜੀ। ਅਗਲਾ ਪ੍ਰਸ਼ਨ ਦੇਖੋ ਜੀ 35 ਨੰਬਰ ਜਿਹੜਾ ਹੈ 5 ਨੰਬਰ ਪ੍ਰਸ਼ਨ, ਉਹ ਦੇਖੋ ਜੀ ਜਿਹਾ ਦੁੱਧ ਤੇ ਹੀ ਬੁੱਧ ਅਖਾਣ ਕਿਹੜੇ ਅਰਥਾਂ ਦਾ ਧਾਰਨੀ ਹੈ। ਉਹਦੇ ਵਿੱਚ ਹੁਣ ਅਖਾਣ ਆ ਗਿਆ, ਦੇਖੋ ਜੀ ਜਿਹੀ ਦੁੱਧ, ਜਿਹੋ ਜਿਹਾ ਦੁੱਧ ਪੀਓਗੇ ਅਕਲ ਉਹ ਜੀ ਆਵੇਗੀ। ਇਹ ਪਹਿਲੀ ਗੱਲ ਕਹਿ ਰਿਹਾ, ਕੁਛ ਸਹੀ ਸੈੱਟ ਜੇ ਨਹੀਂ ਪੈਂਦੀ ਹੈ। ਦੂਜੀ ਗੱਲ ਕਹਿ ਰਿਹਾ ਦੁੱਧ ਪੀਣ ਨਾਲ ਬੁੱਧੀ ਤੇਜ਼ ਹੁੰਦੀ ਹੈ, ਬੁੱਧੀ ਤੇਜ਼ ਹੁੰਦੀ ਤਾਂ ਜੀ ਸਾਰਿਆਂ ਦੀ ਤੇਜ਼ ਹੋ ਜਾਂਦੀ। ਜਿਹਾ ਕਰੋਗੇ ਤਿਹਾ ਭਰੋਗੇ, ਇਹ ਵੀ ਥੋੜ੍ਹਾ ਜਿਹਾ ਹੱਦ ਤੱਕ ਸਹੀ ਬਹਿੰਦਾ। ਤੀਜਾ ਪੜ੍ਹ ਲਈਏ ਜੀ, ਚੌਥਾ ਪੜ੍ਹ ਲਈਏ ਮਾਂ ਦੇ ਸੁਭਾਅ ਦੇ ਆਦਤਾਂ ਦਾ ਅਸਰ ਧੀਆਂ ਪੁੱਤਾਂ 'ਤੇ ਹੁੰਦਾ ਹੈ। ਦੇਖੋ ਜਿਹਾ ਦੁੱਧ ਦਾ ਕੌਣ ਪਿਆਉਂਦੀ, ਮਾਤਾ ਪਿਆਉਂਦੀ ਹੈ, ਅਤੇ ਮਾਤਾ ਦਾ ਜਿਹੋ ਜਿਹਾ ਸੁਭਾਅ ਹੋਊਗਾ ਮਾਂ ਪੁੱਤਾਂ 'ਤੇ ਪਊਗਾ। ਤਾਂ ਇਹਦੇ ਵਿੱਚ ਦੁੱਧ ਦਾ ਸੰਬੰਧ ਮਾਂ ਨਾਲ ਹੈ ਅਤੇ ਮਾਂ ਆਪਦੇ ਜਿਹੜੇ ਧੀਆਂ ਪੁੱਤਾਂ 'ਤੇ ਅਸਰ ਪਾਊਗੀ। ਤਾਂ ਇਹਦਾ ਆਨਸਰ ਹੋ ਜਾਊਗਾ 4 ਨੰਬਰ ਜੀ। ਅਗਲਾ ਦੇਖੋ ਜੀ 5 ਪ੍ਰਸ਼ਨ ਹੋ ਗਏ। 6ਵਾਂ ਪ੍ਰਸ਼ਨ ਦੇਖੋ ਕਿਸ ਤਰੀਕੇ ਦਾ ਹੋਊਗਾ। 6ਵਾਂ ਪ੍ਰਸ਼ਨ ਇਸ ਤਰੀਕੇ ਦਾ ਹੋਊਗਾ ਕਿ ਪੰਜਾਬੀ ਭਾਸ਼ਾ ਦੇ ਵਿਅੰਜਨ ਧੁਨੀਆਂ ਵਿੱਚੋਂ ਫਟਕਵਾਂ ਵਿਅੰਜਨ ਕਿਹੜਾ। ਫਟਕਵਾਂ ਵਿਅੰਜਨ ਕਿਹੜਾ, ਦੇਖੋ ਰਹਿ, ਖੈ,
ਹੈ। ਹੁਣ ਕਈ ਹੁਣ ਆਪਣੇ ਜ਼ਿਆਦਾਤਰ ਰਾਜਸਥਾਨ ਦੇ ਬੱਚੇ ਆ, ਉਹਨਾਂ ਨੂੰ ਪੰਜਾਬੀ ਬਾਰੇ ਨੌਲੇਜ ਨਹੀਂ ਹੈ, ਲੇਕਿਨ ਦੇਖੋ ਇਹ ਸ਼ਬਦ ਇੱਕੋ ਜਿਹੇ ਮਿਲਦੇ ਆ ਅਤੇ ਇਹਦੇ ਵਿੱਚ ੜ ਜਿਹੜਾ ਹੈਗਾ ਰਾੜਾ ਹੈਗਾ ਉਹ ਦੇਖੋ ਵੈਸੇ ਵੀ ਫਟਕ ਮੈਂ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਵੀ ਇਹਦਾ ਆਨਸਰ ਹੋਊਗਾ ਡੀ ਰਾੜਾ ਦਾ। ਤਾਂ ਇਹ 6% ਇਸ ਤਰੀਕੇ ਨਾਲ ਆਉਣਗੇ ਜੀ, ਬੜੇ ਆਸਾਨ ਨੇ ਜੀ, 6 ਦੇ 6 ਸਹੀ ਹੋ ਜਾਣੇ ਚਾਹੀਦੇ, ਕੋਈ ਦਿੱਕਤ ਨਹੀਂ ਆਉਂਦਾ। ਹੁਣ ਜਿਹੜੇ ਪ੍ਰਸ਼ਨ ਆਉਣਗੇ ਉਹ ਆਉਣਗੇ ਦੇਖੋ ਜੀ 37 ਨੰਬਰ ਤੋਂ ਲੈ ਕੇ 43 ਨੰਬਰ ਤੱਕ। ਦੇਖੋ ਨੰਬਰਿੰਗ ਚੇਂਜ ਹੋ ਸਕਦੀ ਹੈ ਜੀ, ਆਹ ਵਾਲੀ ਤੁਹਾਡੀ ਇਹ ਤੇ ਕਨਫਿਊਜ਼ ਨਾ ਹੋਇਓ। ਲੈਵਲ ਫਸਟ ਲੈਵਲ ਸੈਕਿੰਡ ਦੇ ਵਿੱਚ ਅੱਡ ਅੱਡ ਤਰੀਕੇ ਨਾਲ ਆਉਣਗੇ। ਲੈਵਲ ਸੈਕਿੰਡ ਦੇ ਵਿੱਚ ਪਹਿਲੀ ਭਾਸ਼ਾ ਪੰਜਾਬੀ ਹੈ, ਸੈਕਿੰਡ ਹੈ ਕਿਹੜੀ ਹੈ ਉਹ ਤੁਸੀਂ ਉਹ ਤੁਹਾਡਾ ਆਪਦਾ ਸ਼ੁਰੂ ਵਿੱਚ ਦੇਖ ਕੇ ਚੰਗੇ ਤਰੀਕੇ ਨਾਲ ਕਰ ਲਿਓ, ਗਲਤੀ ਨਹੀਂ ਕਰਨੀ, ਬਹੁਤ ਟਾਈਮ ਹੋਊਗਾ, ਖੁੱਲ੍ਹਾ ਟਾਈਮ ਹੋਊਗਾ, ਜਲਦਬਾਜ਼ੀ ਨਹੀਂ ਕਰਨੀ ਹੈਗੀ, ਪੋਜ਼ਿਟਿਵਿਟੀ ਨਾਲ ਤੁਸੀਂ ਪੇਪਰ ਹੱਲ ਕਰਨਾ ਹੈ ਜੀ। ਹੁਣ ਆਪਾਂ ਗੱਲ ਕਰਾਂਗੇ, ਆ ਪਹਿਰਾ ਦਿੱਤਾ ਹੋਊਗਾ। ਹੁਣ ਇਹਦੇ ਵਿੱਚ ਦੇਖੋ ਜੀ, ਆ ਪਹਿਰਾ ਤੁਸੀਂ 2 ਵਾਰੀ ਪੜ੍ਹ ਲਿਓ ਜੀ, ਬਥੇਰਾ ਟਾਈਮ ਹੋਊਗਾ ਜੀ, ਅਤੇ ਤੁਹਾਨੂੰ ਪਤਾ ਚੱਲ ਜੂਗਾ ਵੀ ਇਹਦੇ ਵਿੱਚ ਕੀ ਕੀ ਗੱਲਾਂ ਹੈਗੀਆਂ। ਤਾਂ ਇਹ ਪਹਿਰਾ ਪੜ੍ਹ ਲਓਗੇ ਜੀ ਤੁਸੀਂ ਇੱਕ ਵਾਰੀ। ਇਹਦੇ ਵਿੱਚ ਲਿਖਿਆ ਪਹਿਲਾ ਪ੍ਰਸ਼ਨ ਕੀ ਆਊਗਾ, ਪਹਿਰੇ ਤੋਂ ਰਿਲੇਟਡ ਆਊਗਾ। 5 ਪ੍ਰਸ਼ਨ ਆਉਣਗੇ ਜੀ। ਦੇਖੋ ਜੀ, ਉਪਰੋਕਤ ਪਹਿਰੇ ਵਿੱਚੋਂ ਲੇਖਕ ਦੀ ਕਿਸ ਦੀ ਰਚਨਾ ਹੈ। ਆਹ ਦੇਖੋ ਜੀ, ਸੁਖਵੰਤ ਸਿੰਘ ਕੰਵਲ ਦੀ ਹੈ, ਬਲਵੰਤ ਗਾਰਗੀ ਦੀ ਹੈ, ਜਸਵੰਤ ਸਿੰਘ ਕੰਵਲ ਦੀ ਹੈ, ਨਰਿੰਦਰ ਸਿੰਘ ਕਪੂਰ ਦੀ ਹੈ। ਜੇ ਤਾਂ ਆ ਜਾਵੇ ਤੁਹਾਨੂੰ ਤਾਂ ਕਰ ਆਇਓ ਜੀ, ਨਹੀਂ ਤਾਂ ਬਾਹਲਾ ਮੱਥਾ ਮਾਰਿਓ ਉਹਨੂੰ, ਜਿਵੇਂ ਦਾ ਤੁਹਾਨੂੰ ਠੀਕ ਲੱਗੇ ਜੀ, ਕਿਉਂਕਿ ਆਹ ਪ੍ਰਸ਼ਨ ਉਹਨਾਂ ਨੂੰ ਹੀ ਆ ਸਕਦਾ ਜਿਹੜਾ ਪੰਜਾਬੀ ਜਿਹਨੇ ਕਿਤਾਬਾਂ ਪੜ੍ਹੀਆਂ ਹੈਗੀਆਂ ਪੰਜਾਬੀ ਦੀਆਂ, ਉਹ ਇਸ ਪਹਿਰੇ ਨੂੰ ਪੜ੍ਹ ਕੇ ਕਰ ਸਕਦਾ ਹੈਗਾ। ਆਹ ਇੱਕ ਥਾਂ ਪ੍ਰਸ਼ਨ ਜਿੱਥੇ ਬੱਚਾ ਦਿੱਕਤ ਮਹਿਸੂਸ ਹੁੰਦੀ ਉਹ ਇੱਥੇ ਹੀ ਹੁੰਦੀ ਹੈ ਜੀ, ਬਾਕੀ ਇਹਨੂੰ ਤੁਸੀਂ ਕਰ ਲਓਗੇ ਜੀ। ਅੱਗੇ ਹੁਣ ਆਪਾਂ ਗਾਂਹ ਕਰਦੇ ਹਾਂ, ਇਹ ਜੀ ਨਰਿੰਦਰ ਸਿੰਘ ਕਪੂਰ ਦੀ ਹੈ ਜੀ। ਅੱਗੇ ਗਾਂਹ ਕਰਦੇ ਹੈਗੇ, ਉਪਰੋਕਤ ਪਹਿਰੇ ਦਾ ਢੁਕਵਾਂ ਸਰਲੇਖ ਕੀ ਹੈ ਜੀ, ਇਹਦਾ ਮੋਰਲ ਕੀ ਹੈ, ਮਤਲਬ ਇਹਦਾ ਕਿਸ ਤੋਂ ਲਿਆ ਗਿਆ ਹੈਗਾ ਉਹ ਦੇਖਣਾ ਜੀ। ਲੋਕਾਂ ਦੀਆਂ ਕਿਸਮਾਂ, ਮਨੁੱਖੀ ਵਿਵਹਾਰ ਅਤੇ ਪ੍ਰਕਾਰ, ਅਤੇ ਮਨੁੱਖੀ ਸੁਭਾਅ ਦੀਆਂ ਵੰਨਗੀਆਂ ਅਤੇ ਮਨੁੱਖੀ ਆਦਤਾਂ। ਹੁਣ ਜਿਹੜਾ ਆਹ ਪਤਾ ਕਿਵੇਂ ਚੱਲੂਗਾ, ਇਹ ਐਵੇਂ ਪਤਾ ਚੱਲੂਗਾ ਵੀ ਇਹਨੂੰ ਤੁਸੀਂ ਪੜ੍ਹੋਗੇ ਨਾ, ਇਹਦਾ ਮੋਰਲ ਕੀ ਹੈਗਾ ਹੈ ਨਾ, ਇਹਦਾ ਪਤਾ ਚੱਲੂਗਾ ਵੀ ਇਹਦਾ ਸਿਰਲੇਖ ਕੀ ਹੈ, ਡੂੰਘਾ ਇਹਦਾ ਅਰਥ ਕੀ, ਕਿਸ ਚੀਜ਼ ਦੇ ਉੱਤੇ ਆਧਾਰਿਤ ਆਹ ਪਹਿਰਾ ਦਿੱਤਾ ਗਿਆ ਹੈਗਾ। ਤਾਂ ਇਹ ਦਿੱਤਾ ਗਿਆ ਹੈਗਾ ਜੀ ਮਨੁੱਖੀ ਸੁਭਾਅ ਦੀਆਂ ਵੰਨਗੀਆਂ ਦਿੱਤੀਆਂ ਵੀ ਮਨੁੱਖ ਦਾ ਸੁਭਾਅ ਕਿਸ ਤਰੀਕੇ ਦਾ ਹੋਣਾ ਚਾਹੀਦਾ, ਉਹ ਲੋਕਾਂ ਨਾਲ ਕਿਸ ਤਰੀਕੇ ਨਾਲ ਮਿਲਦਾ ਹੈਗਾ। ਉਹ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਆਪ ਪੜ੍ਹ ਸਕਦੇ ਹੋ ਜੀ ਆਰਾਮ ਨਾਲ ਜੀ, ਇੰਨਾ ਟਾਈਮ ਨਹੀਂ ਹੈ, ਤੁਹਾਡਾ ਵੀ ਕੀਮਤੀ ਹੈ, ਇਸ ਕਰਕੇ ਮੈਂ ਸਪਸ਼ਟ ਸਿੱਧਾ ਦੱਸ ਰਿਹਾ ਜੀ। ਤਾਂ ਇਹ ਮਨੁੱਖ ਦੀਆਂ ਵੰਨਗੀਆਂ ਤੋਂ ਜੁੜਿਆ ਹੋਇਆ ਇਹਦਾ ਸਿਰਲੇਖ ਹੈਗਾ ਜੀ, ਤੁਸੀਂ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰਾਂਗੇ ਇਹਦੇ ਅਗਲੇ ਪ੍ਰਸ਼ਨ ਦੇ ਬਾਰੇ, ਇਹ ਵੀ ਹੋ ਜੂਗਾ, ਕੋਈ ਦਿੱਕਤ ਨਹੀਂ, ਇਹਦੇ ਵਿੱਚੋਂ ਪੜ੍ਹ ਕੇ ਤੁਸੀਂ ਕਰ ਸਕਦੇ ਹੋ ਆਰਾਮ ਨਾਲ। ਅਗਲਾ ਪ੍ਰਸ਼ਨ ਆ ਜੂਗਾ 39 ਨੰਬਰ, ਜਾਂ ਅਗਲਾ ਜਿਵੇਂ 9 ਨੰਬਰ ਪ੍ਰਸ਼ਨ ਆਪਾਂ ਕਹਿ ਸਕਦੇ ਹਾਂ ਵੀ ਇਹ ਹਰ ਕੰਮ ਦਾ ਆਰੰਭ ਬੜੇ ਜੋਸ਼ ਨਾਲ ਤੇ ਬੈਂਡ ਬਾਜੇ ਨਾਲ ਕਰਦਾ ਹੈ। ਭਾਵ ਵਿੱਚ ਬੈਂਡ ਬਾਜਾ ਸ਼ਬਦ ਦੀ ਵਰਤੋਂ ਕਿਸ ਪਰਿਖੇਪ ਵਿੱਚੋਂ ਹੋਈ ਹਨ। ਬੈਂਡ ਬਾਜਾ ਵਜਾ ਕੇ ਕਰਦਾ ਹੈ, ਲਗਨ ਨਾਲ ਕਰਦੇ ਹਨ, ਹੁਮਾ ਕੇ ਕਰਦੇ ਹਨ, ਅਤੇ ਕਾਲੀ ਕਰਦੇ ਹਨ। ਹੁਣ ਆ ਦੇਖੋ, ਇਹ ਤੁਹਾਡੇ ਜਿਹੜਾ ਪੜ੍ਹਨ ਦੇ ਇਹਦੇ ਵਿੱਚ ਹੈ ਹੁਮਾ ਕੇ ਕਰਦੇ ਹੈਗੇ, ਭਾਵ ਇਹ ਹੈਗਾ ਬੜੇ ਜੋਸ਼ ਨਾਲ ਕਰਦਾ ਹੈ ਕੰਮ ਜਿਹੜਾ ਹੈਗਾ। ਲਗਨ ਨਾਲ ਤਾਂ ਕੋਈ ਹੋਰ ਮੁਹਾਵਰਾ ਜਾਂ ਲੋਕੋਕਤੀ ਸੈੱਟ ਬਹਿ ਜਾਣੀ ਸੀਗੀ, ਇਹਦੇ ਵਿੱਚ ਤੁਸੀਂ ਪੜ੍ਹਨਾ ਹੈਗਾ ਅਤੇ ਇਹਦੇ ਵਿੱਚੋਂ ਅਰਥ ਦੇਖਣਾ ਹੈਗਾ। ਤੁਹਾਨੂੰ 2 ਵਾਰੀ ਪੜ੍ਹੋਗੇ ਤੁਹਾਨੂੰ ਆਪਣੇ ਆਪ ਆ ਜਾਊਗਾ ਸਮਝ ਕੀ ਕੁਛ ਹੈਗਾ। ਆਰਾਮ ਨਾਲ ਪੜ੍ਹ ਲਿਓ ਜੀ, ਘਬਰਾਉਣ ਦੀ ਕੋਈ ਲੋੜ ਨਹੀਂ। ਤਾਂ ਇਹ ਪ੍ਰਸ਼ਨ ਵੀ ਆਰਾਮ ਨਾਲ ਹੋ ਜੂਗਾ ਜੀ। ਜਿਹੜਾ 10ਵਾਂ ਪ੍ਰਸ਼ਨ ਹੈ ਜਾਂ 40ਵਾਂ ਪ੍ਰਸ਼ਨ ਉਹ ਇਸ ਤਰੀਕੇ ਨਾਲ ਹੈ ਕਿ ਇਹਦੇ ਵਿੱਚ ਇਵੇਂ ਪੁੱਛਿਆ ਗਿਆ ਕਿ ਇਹ ਆਰੰਭ ਬਹੁਤ ਕੁਝ ਕਰਦੇ ਹਨ ਪਰ ਮੁਕੰਮਲ ਕੁਝ ਨਹੀਂ ਕਰਦੇ ਹਨ। ਵਾਕ ਵਿੱਚ ਪਰ ਸ਼ਬਦ ਜੋ ਵਿਆਕਰਣ ਦੇ ਅਨੁਸਾਰ ਕੀ ਹੈ। ਹੁਣ ਦੇਖੋ, ਹੁਣ ਤੁਹਾਨੂੰ ਦੱਸਣਾ ਕਾਰਕ ਹੈ, ਯੋਜਕ ਹੈ, ਵਿਸਮਿਕ ਹੈ, ਸੰਬੰਧਕ ਹੈ। ਜਦੋਂ ਇਹਦੇ ਵਿੱਚ ਪਰ ਲੱਗ ਗਿਆ ਤਾਂ ਇੱਕ ਚੀਜ਼ ਦਾ ਸੰਬੰਧ ਦੂਜੇ ਨਾਲ, ਇੱਕ ਦਾ ਦੂਜੇ ਨਾਲ ਸੰਬੰਧ ਜੋੜ ਰਿਹਾ ਹੈਗਾ, ਤਾਂ ਇਹ ਕੀ ਹੋ ਜੂਗਾ, ਸੰਬੰਧਕ ਹੋ ਜੂਗਾ। ਠੀਕ ਹੈ ਜੀ। ਕਾਰਕ ਦੇ ਤਾਂ ਕਰਤਾ ਕਰਮ ਵਾਲੇ ਤੁਹਾਨੂੰ ਪਤਾ ਹੀ ਹੈ ਜੀ ਕਿੱਦਾਂ ਦੇ ਹੁੰਦੇ ਆ ਜੀ। ਤਾਂ ਇਹ ਇੱਕ ਸੰਬੰਧ ਜੋੜ ਰਿਹਾ, ਜਿਵੇਂ ਇਹ ਆਰੰਭ ਬਹੁਤ ਕੁਝ ਕਰਦੇ ਹਨ, ਆ ਪਹਿਲੀ ਗੱਲ ਹੋ ਗਈ ਜੀ, ਆਰੰਭ ਬਹੁਤ ਕੁਝ ਕਰਦੇ ਆ ਪਰ ਮੁਕੰਮਲ ਕੁਝ ਨਹੀਂ ਕਰਦੇ ਹਨ। ਇਹ 2 ਗੱਲਾਂ ਨੂੰ ਜੋੜਤਾ ਤਾਂ ਕੀ ਹੈ, ਦੋਨਾਂ ਦਾ ਸੰਬੰਧਕ ਹੋ ਗਿਆ ਜੀ, ਦੋਨਾਂ ਦਾ ਇੱਕ ਦੂਜੇ ਨਾਲ ਸੰਬੰਧ ਹੈ। ਅਗਲਾ ਪ੍ਰਸ਼ਨ ਦੇਖੋ ਜੀ, ਇਹ ਵੀ ਕੋਈ ਮੁਸ਼ਕਿਲ ਪ੍ਰਸ਼ਨ ਨਹੀਂ, ਆਰਾਮ ਨਾਲ ਕਰ ਸਕਦੇ ਹੋ। ਅਗਲਾ ਦੇਖੋ, ਜਿੱਦਾਂ ਇਹ ਹੰਢਣਸਾਰ ਚੀਜ਼ਾਂ ਦਾ ਨਿਰਮਾਣ ਕਰਦੇ ਹਨ ਅਤੇ ਵਾਕ ਵਿੱਚ ਹੰਢਣਸਾਰ ਸ਼ਬਦ ਵਿਆਕਰਣ ਦੇ ਅਨੁਸਾਰ ਕੀ ਹੈ। ਹੁਣ ਇਹਦੇ ਵਿੱਚ ਪੁੱਛਿਆ ਹੰਢਣਸਾਰ ਸ਼ਬਦ ਕੀ ਹੈਗਾ। ਹੰਢਣਸਾਰ ਸ਼ਬਦ ਦਾ ਦੱਸਣਾ ਹੈ ਕਿ ਗਿਣਤੀਵਾਚਕ ਵਿਸ਼ੇਸ਼ਣ ਹੈ, ਹੰਢਣ ਦੀ ਗਿਣਤੀ ਥੋੜ੍ਹੀ ਕੀਤੀ ਜਾਂਦੀ ਹੈ। ਪਰਿਮਾਣਵਾਚਕ ਪਰਿਮਾਣ ਕੀ ਹੁੰਦਾ, ਰਿਜ਼ਲਟ ਕੀ ਹੁੰਦਾ, ਨਹੀਂ ਹੈ ਜੀ। ਨਿਸ਼ਚੈਵਾਚਕ ਵਿਸ਼ੇਸ਼ਣ ਨੇ, ਇਹ ਹੈ ਜੀ ਗੁਣ ਹੈਗਾ ਜੀ। ਹੰਢਣ ਯਾਨੀ ਹੰਢੂਗੀ ਚੀਜ਼, ਹੰਢੂਗੀ ਜਾਂ ਨਹੀਂ ਹੰਢੂਗੀ, ਇਹ ਗੁਣਵਾਚਕ ਵਿਸ਼ੇਸ਼ਣ ਹੈ, ਤਾਂ ਤੁਸੀਂ ਗੁਣਵਾਚਕ ਵਿਸ਼ੇਸ਼ਣ ਕਰ ਸਕਦੇ ਹੋ ਜੀ।
ਅਗਲਾ ਪ੍ਰਸ਼ਨ ਦੇਖੋ ਜੀ, ਇਹਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਹੜੀ ਕਿਸਮ ਦੇ ਲੋਕ ਕੰਮ ਦਾ ਅੰਤਲਾ ਭਾਗ ਸੰਤੋਖਜਨਕ ਹੁੰਦਾ ਹਨ। ਕਿਹੜੀ ਕਿਸਮ ਦਾ? ਪਹਿਲੀ ਕਿਸਮ ਦੇ ਲੋਕਾਂ ਦਾ, ਦੂਜੀ ਕਿਸਮ ਦੇ ਲੋਕਾਂ ਦਾ, ਤੀਜੀ ਕਿਸਮ ਦਾ ਲੋਕ। ਹੁਣ ਤੁਸੀਂ ਜੋ ਆਹ ਪ੍ਰਸ਼ਨ ਕਿੱਥੋਂ ਆ ਗਿਆ? ਇਹ ਆਇਆ ਹੈਗਾ ਪੈਰੇ ਦੇ ਵਿੱਚੋਂ। ਤੁਸੀਂ ਜਦੋਂ ਪੈਰਾ ਪੜ੍ਹੋਗੇ ਤਾਂ ਉਹਦੇ ਵਿੱਚ ਲਿਖਣਗੇ ਪਹਿਲੇ ਲੋਕ ਕੀ ਕੰਮ ਕਰਦੇ ਆ, ਦੂਜੇ ਲੋਕ ਕੀ ਕੰਮ ਕਰਦੇ ਆ, ਅਤੇ ਤੀਜੇ ਲੋਕ ਸੰਤੋਸ਼ਜਨਕ ਕਿਹੜਾ ਹੁੰਦਾ ਵੀ ਜਿਹੜਾ ਉਹ ਹੁੰਦੇ ਜਿਹੜਾ ਆਪਦਾ ਕੰਮ ਮੁਕੰਮਲ ਕਰਦੇ ਹੈਗੇ। ਠੀਕ ਹੈ ਜੀ, ਆਹ ਪਹਿਰਾ ਪੜ੍ਹੋਗੇ ਨਾ ਤੁਸੀਂ, ਤੁਹਾਨੂੰ ਆਪਣੇ ਆਪ ਸਮਝ ਆ ਜਾਏਗਾ ਵੀ ਪਹਿਲੇ ਕਿਸਮ ਦਾ ਕਿਹੜਾ ਹੈਗਾ। ਇਹਦੇ ਵਿੱਚ ਸੰਤੋਸ਼ਜਨਕ, ਇਹਦੇ ਵਿੱਚ ਆ ਲਿਖਿਆ ਹੈ ਇਹ ਹਰ ਕੰਮ ਨੂੰ ਜਿੱਦਾਂ ਦਾ ਇਸ ਤਰੀਕੇ ਨਾਲ ਲਿਖਿਆ ਹੋਇਆ, ਇੱਥੋਂ ਪੜ੍ਹ ਕੇ ਦੇਖੋ, ਇਹ ਕੰਮ ਇਹਨਾਂ ਦਾ ਕੰਮ ਦਾ ਅੰਤਲਾ ਭਾਗ ਸੰਤੋਖਜਨਕ ਨਹੀਂ ਹੁੰਦਾ ਹਨ। ਠੀਕ ਹੈ ਜੀ। ਇਹਦੇ ਦੂਜੀ ਕਿਸਮ ਦੇ ਲੋਕ ਦੇ ਆਰੰਭ ਦੇ ਹੁੰਦੇ ਹਨ ਅਤੇ ਇਸ ਨੂੰ ਅਕਸਰ ਮੁਕਾਉਂਦੇ ਹਨ, ਅਤੇ ਇਹਨਾਂ ਵਿੱਚੋਂ ਕੰਮ ਮੁਕਾਉਣ ਦੀ ਹੀ ਕਾਹਲ ਹੁੰਦੀ ਹਨ। ਯਾਨੀ ਦੂਜਾ ਵੀ ਨਹੀਂ ਹੈ, ਤੀਜਾ ਨਹੀਂ, ਤੀਜੇ ਲੋਕ ਹੁੰਦੇ ਜਿਹੜੇ ਆਪਦੇ ਲਗਨ ਨਾਲ ਕੰਮ ਕਰਦੇ ਹੈਗੇ। ਤਾਂ ਇਹ ਵੀ ਕੋਈ ਮੁਸ਼ਕਿਲ ਕੰਮ ਨਹੀਂ ਹੈਗਾ, ਇੰਨਾ ਡਰਨ ਦੀ ਲੋੜ ਨਹੀਂ ਹੈਗੀ ਜੀ। ਤਾਂ ਇਹ ਕਿੰਨੇ ਹੋ ਗਏ? 12 ਪ੍ਰਸ਼ਨ ਹੋ ਗਏ। 12 ਵਿੱਚੋਂ ਇੱਕ ਨੂੰ ਛੱਡ ਕੇ ਤੁਸੀਂ 11 ਪ੍ਰਸ਼ਨ ਆਰਾਮ ਨਾਲ ਕਰ ਸਕਦੇ ਹੋ, ਜੇ ਤੁਹਾਨੂੰ ਰਾਈਟਰ ਦਾ ਨਾਮ ਨਹੀਂ ਆਉਂਦਾ ਹੈਗਾ ਤਾਂ। ਵੀ ਇੱਕ ਰਾਈਟਰ ਦਾ ਨਾਮ ਥੋੜ੍ਹਾ ਜਿਹਾ ਮੁਸ਼ਕਿਲ ਹੈਗਾ, ਉਹ ਜੇ ਤੁਸੀਂ ਪੜ੍ਹਿਆ ਹੋਊਗਾ ਤਾਂ ਉਹ ਵੀ ਕਰ ਦੋਗੇ। ਤਾਂ ਆਹ ਤੁਹਾਡੇ ਪ੍ਰਸ਼ਨ ਕਿੰਨੇ ਹੋ ਗਏ ਜੀ? ਇਹ 12 ਪ੍ਰਸ਼ਨ ਹੋ ਗਏ। ਹੁਣ ਅਗਲਾ 13ਵਾਂ ਪ੍ਰਸ਼ਨ ਦੇਖੋ ਕਿਸ ਤਰੀਕੇ ਨਾਲ ਹੈ। ਵੀ ਇਹਦੇ ਵਿੱਚ ਐਵੇਂ ਪੁੱਛਿਆ ਹੈਗਾ, ਢੇਰੀ ਢਾਹ ਕੇ ਬਹਿ ਜਾਣਾ ਸਮਾਨਾਰਥਕ ਸ਼ਬਦ ਹੈ। ਢੇਰੀ ਢਾਹ ਕੇ ਬਹਿ ਜਾਣਾ, ਇਹ ਤਾਂ ਤੁਸੀਂ ਸਮਾਨਾਰਥਕ ਹੀ ਦੱਸਣਾ ਹੈ। ਹਾਰ ਮੰਨ ਲੈਣਾ, ਫਤਿਹ ਕਰ ਲੈਣਾ, ਦਿਲ ਛੱਡ ਜਾਣਾ, ਜਾਂ ਕੀ ਹੈ ਜੀ ਅੱਗੇ ਹੁਣ ਇਹਨਾਂ ਦੇ ਵਿੱਚ ਦੇਖੋਗੇ ਹੌਸਲਾ ਹਾਰ ਜਾਣਾ। ਦੇਖੋ ਢੇਰੀ ਆਪਾਂ ਕਦੋਂ ਢਾਨੇ? ਜਦੋਂ ਹੌਸਲਾ ਹਾਰ ਜਾਂਦੇ। ਆਪਾਂ ਕਹਿੰਦੇ ਢੇਰੀ ਹੌਸਲਾ ਹਾਰ ਜਾਣਾ, ਤੂੰ ਤਾਂ ਢੇਰੀ ਢਾਹ ਕੇ ਬਹਿ ਗਿਆ। ਆਪਾਂ ਕਹਿੰਦੇ ਹੱਲਾਸ਼ੇਰੀ ਦਿੰਦੇ ਹਾਂ, ਤਾਂ ਹੱਲਾਸ਼ੇਰੀ ਹੌਸਲਾ ਹਾਰਨ 'ਤੇ ਹੀ ਦਿੱਤੀ ਜਾਂਦੀ ਹੈਗੀ ਜੀ। ਤਾਂ ਇਹ ਜਿਹੜੇ 13 ਪ੍ਰਸ਼ਨ ਹੈ ਆਰਾਮ ਨਾਲ ਕਰ ਸਕਦੇ ਹਾਂ। ਅਗਲੇ ਪ੍ਰਸ਼ਨ ਦੇਖੋ 44 ਤੋਂ ਲੈ ਕੇ 51 ਤੱਕ, ਯਾਨੀ 6 ਪ੍ਰਸ਼ਨ। ਹੁਣ ਦੇਖੋ ਇਹ ਥੋੜ੍ਹਾ ਜਿਹਾ ਧਿਆਨ ਨਾਲ ਦੇਖਣ ਯੋਗ ਹੈ ਜੀ। ਦੇਖੋ ਜੀ ਇਹਦੇ ਵਿੱਚ ਐਵੇਂ ਲਿਖਿਆ ਗਿਆ ਹੈ, ਇਹ ਕਵਿਤਾ ਪੜ੍ਹਨੀ ਹੈ ਜੀ। ਅੰਨਦਾਤਾ ਮੇਰੀ ਜੀਭ ਤੇ ਤੇਰਾ ਲੂਣ ਹੈ, ਅਤੇ ਤੇਰਾ ਨਾਮ ਮੇਰੇ ਬਾਪ ਦੀਆਂ ਹੋਠਾਂ ਤੇ ਮੇਰੇ ਇਸ ਬੁੱਤ ਵਿੱਚ ਤੇਰੇ ਬਾਪ ਦਾ ਖੂਨ ਹਨ। ਮੈਂ ਕਿਵੇਂ ਬੋਲਾਂ? ਮੇਰੇ ਬੋਲਣ ਤੋਂ ਪਹਿਲਾਂ ਬੋਲਣ ਪੈਂਦਾ ਤੇਰਾ ਅੰਨ ਹਨ। ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀੜੇ ਹਾਂ, ਅਤੇ ਅੰਨ ਭਾਰ ਹੋਟਾਂ ਵਿੱਚ। ਕਹਿਣ ਦਾ ਭਾਵ ਹੈ ਵੀ ਆਹ ਤੁਸੀਂ ਪੜ੍ਹਨਾ ਹੈ, ਹੋਟਾਂ ਵੀ ਅੰਨ। ਇਹ ਕਿਹਦੀ ਹੈਗੀ ਰਚਨਾ ਤੁਸੀਂ ਦੱਸਣੀ ਹੈਗੀ। ਤਾਂ ਦੇਖੋ ਜੀ ਇਹ ਹੈਗੀ ਅੰਮ੍ਰਿਤਾ ਪ੍ਰੀਤਮ ਦੀ ਹੈ, ਅੰਨਦਾਤਾ ਉਹਨਾਂ ਦੀ ਕਵਿਤਾ ਹੈ, ਉਹਦੇ ਵਿੱਚੋਂ ਲਿਆ ਗਿਆ ਹੈਗਾ। ਤਾਂ ਇਹਦੇ ਵਿੱਚ ਦੇਖੋ ਮੁੱਖ ਸਰਲ ਕਿਹੜਾ? ਅੰਨਦਾਤਾ। ਰਾਈਟਰ ਕੌਣ ਹੈ? ਅੰਮ੍ਰਿਤਾ ਪ੍ਰੀਤਮ। ਅਗਰ ਜੇ ਤੁਸੀਂ ਪੰਜਾਬੀ ਪੜ੍ਹੀ ਹੋਏ ਤਾਂ ਆਰਾਮ ਕਰ ਸਕਦੇ ਹੋ। ਜਿਨ੍ਹਾਂ ਨੇ ਨਹੀਂ ਪੜ੍ਹੀ ਇਹਦੇ ਵਾਸਤੇ ਇੱਕਾ ਥੋੜ੍ਹਾ ਜਿਹਾ ਦੂਜਾ ਪ੍ਰਸ਼ਨ ਮੁਸ਼ਕਿਲ ਹੋਊਗਾ। ਇਹਦੇ ਵਿੱਚ ਕੀ ਪੁੱਛਿਆ? ਅੰਨਦਾਤਾ ਦੇ ਵਿੱਚ ਮੈਂ ਚੰਮਦੀ ਗੁੱਡੀਆਂ ਖੇਡ ਲੈ ਖਿਡਾਲਾ ਨੀ, ਲਹੂ ਦਾ ਪਿਆਲਾ ਹੈ ਪੀ ਲੈ ਪਿਲਾਲਾ ਨੀ, ਤੇਰੇ ਸਰਾਵੇ ਖੜੀ ਹਾਂ ਵਰਤਣ ਦੀ ਮੈਂ ਜਿਵੇਂ ਚਾਹੇ ਵਰਤ ਲੈਣੀ ਹਨ। ਇਹ ਹੁਣ ਇਹ ਤਾਂ ਦੇਖੋ ਕਟਾਕਸ਼ ਵੀ ਕਰ ਰਹੀ ਹੈਗੀ। ਠੀਕ ਹੈ ਨਾ? ਮੈਂ ਚੰਮਦੀ ਗੁੱਡੀਆਂ ਖੇਡ ਲੈ ਖਿਡਾਲਾ ਨਹੀਂ, ਲਹੂ ਦਾ ਪਿਆਲਾ ਹੈ ਪੀ ਲੈ ਪਿਲਾਲਾ ਨਹੀਂ। ਤਾਂ ਇਹਦੇ ਵਿੱਚ ਕਟਾਕਸ਼ ਵੀ ਕਰ ਰਹੀ ਹੈ। ਅੰਨਦਾਤਾ ਮਤਲਬ ਮਰਦ ਪ੍ਰਧਾਨ 'ਤੇ ਵੀ ਗੱਲ ਕਰ ਰਹੀ ਹੈ। ਇਸ ਤੋਂ ਉਹਦਾ ਹੋਰ ਕੀ ਹੈ? ਮੈਂ ਮੁਕਤੀ ਵੱਧ ਕੁਝ ਨਹੀਂ, ਜਿਵੇਂ ਚਾਹੇ ਨਿਗਲ ਲਾਨੀ ਹਨ। ਹੁਣ ਇਹ 'ਤੇ ਕਟਾਕਸ਼ ਵੀ ਕਰ ਰਹੀ ਹੈ ਅਤੇ ਦੱਸ ਰਹੀ ਹੈ ਵੀ ਮੈਂ ਕਿੰਨੀ ਮਜਬੂਰ ਹੈ, ਕਿਸ ਤਰੀਕੇ ਨਾਲ। ਤਾਂ ਹੁਣ ਦੇਖੋ ਇਹਦੇ ਵਿੱਚ ਪ੍ਰਸ਼ਨ ਇਸ ਤਰੀਕੇ ਨਾਲ, ਉਪਰੋਕਤ ਕਾਵਿ ਰਚਨਾ ਅੰਨਦਾਤਾ ਦੀ ਰਚਨਾ। ਉਪਰੋਕਤ ਕਾਵਿ ਰਚਨਾ ਅੰਨਦਾਤਾ ਦਾ ਰਚਨਾਕਾਰ ਕੌਣ ਹੈ? ਅੰਨਦਾਤਾ ਦਾ ਕੌਣ ਹੈ? ਅੰਮ੍ਰਿਤਾ ਪ੍ਰੀਤਮ। ਦੱਸਤਾ ਸੀਗਾ ਜੀ, ਅੰਮ੍ਰਿਤਾ ਪ੍ਰੀਤਮ। ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈ ਜੀ, ਇਹਨੂੰ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਹੈਗਾ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਕਿਹਾ ਸੀ ਪੰਜਾਬ ਦੀ ਆਵਾਜ਼। ਹੁਣ ਆਪਾਂ ਗੱਲ ਕਰਾਂਗੇ ਅਗਲੀ ਜੀ। ਆਹ ਪ੍ਰਸ਼ਨ ਕਰ ਸਕਦੇ ਹੋ ਜਿਨ੍ਹਾਂ ਨੂੰ ਆਉਂਦਾ, ਨਹੀਂ ਤਾਂ ਥੋੜ੍ਹੀ ਜਿਹੀ ਦਿੱਕਤ ਹੋ ਸਕਦੀ ਵੀ ਕਵਿਤਾ ਦਾ ਪਤਾ ਨਾ ਚੱਲੇ। ਜੇ ਅਗਰ ਤੁਸੀਂ ਕਿਤਾਬਾਂ ਪੜ੍ਹੀਆਂ ਤਾਂ ਆਰਾਮ ਨਾਲ ਕਰ ਸਕਦੇ ਹੋ। ਅਗਲਾ ਪ੍ਰਸ਼ਨ ਦੇਖੋ ਵੀ ਕਵਿਤਾ ਅੰਨਦਾਤਾ ਕਿਸ ਕਾਵਿ ਸੰਗ੍ਰਹਿ ਵਿੱਚੋਂ ਲਿਆ ਗਿਆ ਹੈ? ਸਾਵੇ ਪੱਥਰ ਗੀਟੜੇ, ਬਹੁਤ ਸਾਰੇ ਸੋਝ ਜਾਂ ਲੋਹਾ ਕਥਾ। ਹੁਣ ਇਹਨਾਂ ਦੇ ਵਿੱਚੋਂ ਦੱਸਣਾ ਹੈਗਾ ਵੀ ਜਿਹੜਾ ਅੰਨਦਾਤਾ ਹੈਗਾ ਇਹਦੀ ਮੇਨ ਕਿਹੜੀ ਕਵਿਤਾ ਦੇ ਵਿੱਚੋਂ ਭਾਗ ਲਿਆ ਗਿਆ ਅੰਨਦਾਤਾ ਦਾ। ਇਹ ਵੀ ਥੋੜ੍ਹਾ ਜਿਹਾ ਕਠਿਨ ਹੈਗਾ। ਤਾਂ ਤੁਸੀਂ ਅਗਰ ਕਿਤਾਬ ਪੜ੍ਹੀ ਹੈਗੀ, ਕਵਿਤਾਵਾਂ ਪੜ੍ਹੀਆਂ, ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਜੇਕਰ ਹਜੇ ਵੀ ਟਾਈਮ ਹੈ, ਜਿਹੜੀਆਂ ਆਪਣੇ ਬੋਰਡ ਦੀਆਂ ਕਿਤਾਬਾਂ ਉਹਦੇ ਵਿੱਚ ਜਿਹੜੀਆਂ ਕਵਿਤਾਵਾਂ, ਇੱਕ ਵਾਰ ਮਾੜੀ ਜੀ ਨਿਗਾਹ ਮਾਰ ਲਿਓ ਜੀ। ਜ਼ਿਆਦਾ ਟਾਈਮ ਨਹੀਂ ਲੱਗਣਾ, 15-20 ਮਿੰਟ ਲੱਗਣਗੇ, ਅੱਧਾ ਘੰਟਾ ਲੱਗ ਸਕਦਾ ਹੈ। ਮਾੜੀ ਨਿਗਾਹ ਮਾਰ ਲਿਓ ਵੀ ਕਿਹੜੀ ਚੀਜ਼ ਕੀ ਝੋਲ ਲਈ ਗਈ, ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਇਹਦੇ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਜੀ। ਤਾਂ ਆਹ ਦੇਖੋ ਜੀ 15% ਆਰਾਮ ਨਾਲ ਹੋ ਗਏ। 16ਵਾਂ ਪ੍ਰਸ਼ਨ ਦੇਖੋ 45 ਨੰਬਰ। ਇਹਦੇ ਵਿੱਚ ਐਵੇਂ ਕਿਹਾ ਗਿਆ ਹੈ ਕਾਵਿ ਰਚਨਾ ਅੰਨਦਾਤਾ ਦੀ ਸ਼ੈਲੀ ਕਿਹੜੀ ਹੈ? ਦੇਖੋ ਸ਼ੈਲੀ ਦੇ ਸਵੈ ਸੰਬੋਧਨੀ ਹੈ, ਵੀਰ ਰਸ ਭਰਪੂਰ ਹੈ,
ਇਹਨਾਂ ਵਿੱਚੋਂ ਕੋਈ ਨਹੀਂ ਹੈ, ਜਾਂ ਮਨੋਵਚਨੀ ਜਾਂ ਸੰਬੋਧਨੀ ਤੇ ਵਿਅੰਗਾਤਮਕ ਹੈ। ਦੇਖੋ ਵਿਅੰਗਾਤਮਕ, ਉਹ ਵਿਅੰਗ ਵੀ ਕਰ ਰਹੀ ਹੈ ਮਰਦ ਪ੍ਰਧਾਨ ਸਮਾਜ ਦੇ ਵਿੱਚ ਪਿੱਤਰ ਸਤਾਤਮਕ, ਤੇ ਸੰਬੋਧਨੀ ਖੁਦ ਨੂੰ ਸੰਬੋਧਨ ਕਰਕੇ ਵੀ ਕਹਿ ਰਹੀ ਹੈ, ਤੇ ਮਨੋਵਚਨੀ ਯਾਨੀ ਖੁਦ ਦੇ ਮਨਾਂ ਦੇ ਵਚਨ ਵੀ ਕਰ ਰਿਹਾ, ਸੰਬੋਧਨ ਵੀ ਕਰ ਰਹੀ ਹੈ ਕਿ ਅੰਨਦਾਤਾ ਨੂੰ ਨਾ ਜਿਹਨੂੰ ਲੈ ਕੇ। ਤਾਂ ਇਹ ਤਿੰਨੇ ਹੀ ਆ ਜਾਣਗੇ ਮਨੋਵਚਨੀ। ਹੁਣ ਇਹ ਤੁਸੀਂ ਕਹੋ ਸਾਨੂੰ ਕਿਵੇਂ ਪਤਾ ਚੱਲੂਗਾ? ਤੁਸੀਂ ਕਵਿਤਾ ਨੂੰ 2-3 ਵਾਰੀ ਪੜ੍ਹੋਗੇ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਕਿ ਇਹ ਕੀ ਕਹਿ ਰਹੀ ਹੈ। ਵੀਰ ਰਸ ਦਾ ਉਹ ਹੁੰਦਾ ਹੈਗਾ ਜਿਹਦੇ ਵਿੱਚ ਵੀਰ ਰਸ ਦੀ ਪ੍ਰਧਾਨਤਾ ਦੇ ਸਵੈ ਸੰਬੋਧਨ ਹੁੰਦਾ ਹੈਗਾ, ਜਿਹਦੇ ਵਿੱਚ ਇੱਕ ਹੀ ਗੱਲ ਕਹੀ ਹੈ। ਇਹਦੇ ਵਿੱਚ ਮਨੋਵਚਨੀ ਖੁਦ ਨੂੰ ਬੋਲ ਕੇ ਵੀ ਕਹਿ ਰਹੀ ਹੈ, ਸੰਬੋਧਨ ਵੀ ਕਰ ਰਹੀ ਹੈ, ਤੇ ਵਿਅੰਗ ਵੀ ਕਰ ਰਹੀ ਹੈ, ਜਿਹੜੀ ਕਹਿੰਦੇ ਖੇਡਲਾ ਖਿਡਾਲਾ ਨਹੀਂ ਚੰਮਦੀਆਂ ਗੁੱਡੀਆਂ, ਜਿਵੇਂ ਉਸ ਤਰੀਕੇ ਨਾਲ। ਤਾਂ ਇਹ ਵਿਅੰਗਾਤਮਕ ਵੀ ਹੈ, ਧਿਆਨ ਰੱਖਿਓ ਜੀ। ਅਗਲਾ ਪ੍ਰਸ਼ਨ ਦੇਖੋ, ਇਹਦੇ ਵਿੱਚ ਅੰਨ ਦੇ ਕੀੜੇ ਤੇ ਚੰਮ ਦੀ ਗੁੱਡੀ, ਆਹ ਦੇਖੋ ਜੀ ਕਿਹੜੇ ਅਲੰਕਾਰ ਦੀ ਵਰਤੋਂ ਹੋਈ ਹੈ। ਹੁਣ ਇਹਦੇ ਦੇਖੋ ਅੰਨ ਦੇ ਕੀੜੇ ਤੇ ਚੰਮ ਦੀ ਗੁੱਡੀ, ਇਹਦੇ ਵਿੱਚ ਦੇਖੋ ਦ੍ਰਿਸ਼ਟਾਂਤ ਅਲੰਕਾਰ, ਉਪਮਾ ਅਲੰਕਾਰ, ਰੂਪਕ ਅਲੰਕਾਰ, ਅਨੁਪਰਾਸ ਅਲੰਕਾਰ। ਤਾਂ ਇਹਦੇ ਵਿੱਚ ਆ ਜਾਊਗਾ ਦੇਖੋ ਜੀ ਅੰਨ ਦੇ ਕੀੜੇ ਤੇ ਚੰਮ ਦੀ ਗੁੱਡੀ। ਅਨੁਪਰਾਸ ਅਲੰਕਾਰ ਹੁੰਦਾ ਇੱਕ ਹੀ ਚੀਜ਼ ਨੂੰ ਬਾਰ-ਬਾਰ ਦੁਹਰਾ ਕੇ ਕਹਿਣਾ, ਤੇ ਰੂਪਕ ਅਲੰਕਾਰ ਹੁੰਦਾ ਹੈਗਾ ਜਿਹਦੇ ਰੂਪ ਦੇ ਬਾਰੇ, ਉਪਮਾ ਅਲੰਕਾਰ ਦੀ ਜਿਹਦੇ ਨਾਲ ਉਪਮਾ ਕੀਤੀ ਜਾਂਦੀ ਹੈ। ਤਾਂ ਹੁਣ ਇਹਦੇ ਵਿੱਚ ਤੁਸੀਂ ਆਹ ਦੱਸਣਾ ਅੰਨ ਦੇ ਕੀੜੇ ਉਦਾਹਰਣ ਦਿੱਤਾ ਗਿਆ, ਚੰਮ ਦੀ ਗੁੱਡੀ ਦਾ ਉਦਾਹਰਣ ਦਿੱਤਾ, ਤਾਂ ਇਹ ਦ੍ਰਿਸ਼ਟਾਂਤ ਅਲੰਕਾਰ ਹੈਗਾ ਜਿਹਦੇ ਉਦਾਹਰਣ ਦਿੱਤਾ ਜਾਂਦਾ। ਜੇ ਤੁਹਾਡੇ ਤੋਂ ਸਾਰੀ ਕਵਿਤਾ ਦੇ ਬਾਰੇ ਪੁੱਛੇ ਤਾਂ ਇਹ ਪਤਾ ਕੀ ਆਉਣਾ ਸੀਗਾ, ਅਨੁਪਰਾਸ ਅਲੰਕਾਰ ਹੁੰਦਾ ਇੱਕ ਹੀ ਚੀਜ਼ ਨੂੰ ਬਾਰ-ਬਾਰ ਤੁਕਬੰਦੀ ਲੈ ਹੁੰਦੀ, ਉਹ ਅਨੁਪਰਾਸ ਅਲੰਕਾਰ ਆਉਂਦਾ ਸੀ। ਉਦਾਹਰਣ ਦੇ ਰਿਹਾ ਤਾਂ ਦ੍ਰਿਸ਼ਟਾਂਤ ਅਲੰਕਾਰ ਹੁੰਦਾ ਹੈਗਾ ਜੀ। ਅੱਗੇ ਕਵਿਤਾ ਦੇ ਵਿੱਚ ਅੰਨਦਾਤਾ ਕਹਿ ਕੇ ਕਿਸ ਨੂੰ ਸੰਬੋਧਨ ਕੀਤਾ ਗਿਆ? ਅੰਨਦਾਤਾ ਕਿਸ ਨੂੰ ਹੈ? ਮਰਦ ਪ੍ਰਧਾਨ ਸਮਾਜ ਨੂੰ ਕੀਤਾ ਗਿਆ। ਦੇਖੋ ਜੀ ਮਰਦ ਪ੍ਰਧਾਨ ਨੂੰ ਕਿਵੇਂ ਕਿਹਾ ਗਿਆ ਜੀ? ਚੰਮ ਦੀ ਗੁੱਡੀਆਂ ਖੇਡਲਾ ਖੇਡਾਲ। ਦੇਖੋ ਇਹ ਤੁਹਾਨੂੰ ਕਦੋਂ ਪਤਾ ਚੱਲੂਗਾ? ਇਹ ਉਦੋਂ ਪਤਾ ਚੱਲੂਗਾ ਜਦੋਂ ਤੁਸੀਂ ਬੋਰਡ ਦੀਆਂ ਕਿਤਾਬਾਂ ਪੜ੍ਹੀਆਂ ਹੋਣਗੀਆਂ, ਕਵਿਤਾਵਾਂ ਵਗੈਰਾ ਪੜ੍ਹੀਆਂ ਹੋਣ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਤਾਂ ਇਹਦੇ ਵਿੱਚ ਕਿਸਾਨ ਨੂੰ ਨਹੀਂ ਕਿਹਾ, ਅੰਨਦਾਤਾ ਕਿਹਾ ਗਿਆ ਜੋ ਉਸ ਨੂੰ ਜਿਹੜੀ ਇੱਕ ਇਸਤਰੀ ਹੁੰਦੀ ਹੈਗੀ, ਉਹ ਔਰਤ ਹੁੰਦੀ ਹੈ, ਉਸ ਨੂੰ ਖਾਣਾ ਕੌਣ ਦੇਣ ਵਾਲਾ? ਉਹਦਾ ਘਰ ਵਾਲਾ ਹੁੰਦਾ, ਤੇ ਉਸ ਨੂੰ ਅੰਨਦਾਤਾ ਕਿਹਾ ਗਿਆ। ਇੱਥੇ ਅੰਨਦਾਤਾ ਕਿਸਾਨ ਨੂੰ ਨਹੀਂ ਲੈਣਾ, ਥੋੜ੍ਹਾ ਜਿਹਾ ਧਿਆਨ ਰੱਖਿਓ ਜੀ। ਜੇਕਰ ਤੁਸੀਂ ਇੱਕ ਮਾੜੀ ਜਿਹੀ ਨਿਗਾਹ ਮਾਰ ਲਓ ਤਾਂ ਤੁਹਾਨੂੰ ਹੋਰ ਕਲੀਅਰ ਹੋ ਜਾਊਗਾ ਵੀ ਇਹਦੇ ਵਿੱਚ ਕੀ ਪੁੱਛਿਆ ਹੋਇਆ। ਦੇਖੋ ਜੀ ਇਹਦੇ ਵਿੱਚ ਅੰਨਦਾਤਾ ਮੇਰੀ ਜੀਭ ਤੇ ਤੇਰਾ ਲੂਣ ਹੈ, ਤੇਰੇ ਨਾਂ ਮੇਰੇ ਬਾਪ ਦੀਆਂ ਹੋਠਾਂ ਤੇ ਹੈ, ਮੈਂ ਤੇਰੇ ਇਸ ਬੁੱਤ ਦੇ ਵਿੱਚ ਮੇਰੇ ਬਾਪ ਦਾ ਖੂਨ ਹੈ, ਮੈਂ ਕਿਵੇਂ ਬੋਲਾਂ। ਹੁਣ ਇਹਦੇ ਵਿੱਚ ਦੇਖੋ ਬੁੱਤ ਮਤਲਬ ਖੁਦ ਦੇ ਸਰੀਰ ਦੇ ਬਾਰੇ ਗੱਲ ਕੀਤੀ ਹੈ। ਮੇਰੇ ਬੋਲਣ ਤੋਂ ਪਹਿਲਾਂ ਬੋਲਣ ਤੋਂ ਪੈਂਦਾ ਹੈ ਤੇਰਾ ਅੰਨ ਨਹੀਂ, ਜਦੋਂ ਮੈਂ ਬੋਲਣ ਲੱਗਦੀ ਤੇਰਾ ਅੰਨ ਆ ਜਾਂਦਾ, ਕਹਿਣ ਦਾ ਮਤਲਬ ਤੇਰਾ ਅਹਿਸਾਨ ਆ ਜਾਂਦਾ। ਤਾਂ ਇਹ ਵਿਅੰਗ ਕਟਾਕਸ਼ ਵੀ ਕਰ ਰਹੀ ਹੈਗੀ, ਇਸ ਗੱਲ ਦਾ ਵੀ ਧਿਆਨ ਰੱਖੋ। ਹੁਣ ਅਗਲਾ ਦੇਖੋ ਜੀ ਕਵਿਤਾ ਵਿੱਚ ਅੰਨਦਾਤਾ ਕਹਿ ਕੇ ਕਿਸ ਨੂੰ ਸੰਬੋਧਨ? ਮਰਦ ਪ੍ਰਧਾਨ ਸਮਾਜ ਨੂੰ। ਅਗਲਾ ਹੈ ਜੀ ਕਵਿਤਾ ਅੰਨਦਾਤਾ ਦੇ ਕਿਸ ਵਿਵਸਥਾ ਤੋਂ ਕਰਾਰੀ ਚੋਟ ਕਰਦਾ? ਹੁਣ ਇਹ ਵਿਵਸਥਾ ਦੱਸਣੀ ਕਿਸ ਤੇ? ਮਰਦ ਪ੍ਰਧਾਨ ਸਮਾਜ ਨੂੰ ਚੋਟ ਕਰ ਰਿਹਾ ਹੈਗਾ, ਠੀਕ ਹੈ ਜੀ। ਅਗਲਾ ਦੇਖੋ ਅੰਨਦਾਤਾ ਮੇਰੀ ਜੀਭ ਤੇ ਤੇਰਾ ਲੂਣ ਹੈ, ਇਹ ਕੀ ਕਰ ਰਿਹਾ ਹੈਗਾ? ਇਹ ਕਟਾਕਸ਼ ਕਰ ਰਹੀ ਹੈਗੀ, ਇਹ ਨਿੰਦਾ ਤਾਂ ਨਹੀਂ ਕਰ ਰਹੀ ਹੈਗੀ, ਕਟਾਕਸ਼ ਕਰ ਰਹੀ ਹੈ ਆਪਦੇ ਨਾਰੀ ਹੋਣ ਤੇ ਜਿਹੜੇ ਜ਼ੁਲਮ ਕੀਤੇ, ਕਟਾਕਸ਼ ਕਰਦੀ ਹੈ। 2-3 ਵਾਰੀ ਪੜ੍ਹੋਗੇ ਆਰਾਮ ਨਾਲ ਸਮਝ ਆ ਜਾਊਗਾ। ਤਾਂ ਮੈਨੂੰ ਨਹੀਂ ਲੱਗਦਾ ਵੀ ਹੁਣ ਤੱਕ ਜਿਹੜੇ 20 ਪ੍ਰਸ਼ਨ ਕੀਤੇ ਉਹਦੇ ਵਿੱਚ ਕਿਸੇ 'ਚ ਵੀ ਦਿੱਕਤ ਆਵੇ ਤੁਹਾਨੂੰ, 1 ਜਾਂ 2 ਨੂੰ ਛੱਡ ਕੇ ਬਸ। ਅਗਲਾ ਦੇਖੋ ਜੀ ਕਾਮੇ ਮਾਂ ਬਾਪ ਦਿੱਤੇ। ਹੁਣ ਇਹਦੇ ਦੇਖੋ ਜੀ ਕੰਮ ਮਾਂ ਬਾਪ ਦਿੱਤੇ, ਇਹਦੇ ਵਿੱਚ ਇਸ ਵਿੱਚ ਕੰਮ ਇਸ ਕਾਵਿ ਦੇ ਟੋਟੇ ਵਿੱਚ ਕੀ ਕਿਹਾ ਗਿਆ? ਕਿਸਾਨ ਦੁਰਦਸ਼ਾ, ਕਿਸਾਨਾਂ ਨੂੰ ਪ੍ਰਦੇਸ਼, ਔਰਤਾਂ ਦਾ ਜਾਣਾ ਜਾਂ ਨਾਰੀ ਦੀ ਜੇ ਜੀ ਪੁਸਤ ਦਰ ਪੁਸਤ ਗੁਲਾਮੀ ਕਰਨਾ, ਪੁਸਤ ਦਰ ਪੁਸਤ ਗੁਲਾਮੀ ਕਰਨਾ। ਇਹ ਨਾਰੀ ਪ੍ਰਧਾਨ ਤੇ ਪੁਰਸ਼ ਪ੍ਰਧਾਨ ਦੀ ਗੱਲ ਆ ਜਾਵੇ, ਪੁਰਸ਼ ਪ੍ਰਧਾਨ ਮਰਦ ਪ੍ਰਧਾਨ ਦੀ ਗੱਲ ਆ ਗਈ ਤਾਂ ਨਾਰੀ ਆਪਣੀ ਵਿਆਥਾ ਦੱਸ ਰਹੀ ਵੀ ਮੈਂ ਗੁਲਾਮੀ 'ਚ ਪੈਦਾ ਹੋਈ ਹਾਂ, ਗੁਲਾਮੀ 'ਚ ਹੀ ਮਰ ਜਾਣਾ ਹੈ ਜੀ। ਤਾਂ ਇਹ ਉਹਦੇ ਵਿੱਚ ਆ ਜਾਊਗਾ, ਸੀ ਆਨਸਰ ਆ ਜਾਊਗਾ। ਥੋੜ੍ਹਾ ਜਿਹਾ ਕਰੋਗੇ ਪੋਜ਼ੀਟਿਵਿਟੀ ਨਾਲ ਕਰੋਗੇ ਆਰਾਮ ਨਾਲ ਹੋ ਜਾਊਗਾ, ਘਬਰਾਉਣ ਦੀ ਲੋੜ ਨਹੀਂ। ਜੇ ਤੁਸੀਂ ਡਰੋਗੇ ਪੰਜਾਬੀ ਵੀ ਸਾਡਾ ਹੋਣਾ ਨਹੀਂ ਹੈਗਾ ਤਾਂ ਪੰਜਾਬੀ ਤੁਹਾਨੂੰ ਡਰਾਊਗੀ। ਪੰਜਾਬੀ ਹਰਮਨ ਪਿਆਰੀ ਬਹੁਤ ਹੀ ਪਿਆਰੀ ਬੋਲੀ ਹੈ, ਜੇਕਰ ਤੁਸੀਂ ਇਹਨੂੰ ਅਪਣਾਓਗੇ ਤਾਂ ਇਹ ਤੁਹਾਡੇ ਉਹਨੇ ਪੋਜ਼ੀਟਿਵਿਟੀ ਹੀ ਲੈ ਕੇ ਆਊਗੀ, ਤੁਹਾਡੇ ਪ੍ਰਸ਼ਨ ਗਲਤ ਨਹੀਂ ਹੋਣਗੇ, ਇਸ ਨੂੰ ਧਿਆਨ ਰੱਖਿਓ ਜੀ, ਇਹ ਤੁਹਾਨੂੰ ਨੁਕਸਾਨ ਨਹੀਂ ਕਰੇਗੀ। ਤੇ ਅਗਲਾ ਦੇਖੋ ਪ੍ਰਸ਼ਨ ਇਸ ਤਰੀਕੇ ਨਾਲ ਹੈ, ਭਾਸ਼ਾ ਵਿੱਚ ਵਿਚਰਨ ਸਮਰੱਥਾ ਦੇ ਆਧਾਰ 'ਤੇ ਭਾਸ਼ਾਈ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਭਾਸ਼ਾ ਧੁਨੀਆਂ ਨੂੰ ਕਿੰਨੇ ਜਿਹੜੇ ਭਾਸ਼ਾ ਦਾ ਵਰਗ ਵੰਡ ਹੈ ਉਸ ਦੇ ਅਨੁਸਾਰ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈਗਾ, ਖੰਡੀ ਅਖੰਡੀ। ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਅਗਲਾ ਪ੍ਰਸ਼ਨ ਦੇਖੋ ਕਿਸ ਤਰੀਕੇ ਨਾਲ ਹੈ ਵੀ ਗੁਰਮੁਖੀ ਲਿਪੀ ਦੇ ਵਰਤੇ ਜਾਂਦੇ ਹੁਣ ਦੁੱਤ ਅੱਖਰ ਕਿਹੜੇ? ਦੁੱਤ ਅੱਖਰ ਉਹ ਹੁੰਦੇ ਜਿਹੜੇ ਪੈਰਾਂ 'ਚ ਲੱਗਦੇ ਹੈ, ਰਹਿ ਵੈ ਆ ਗਏ, ਹੈ ਰਹਿ ਵੈ ਆ ਗਏ ਹੈ ਜੀ। ਤਾਂ ਇਹ ਆਰਾਮ ਨਾਲ ਹੋ ਜੂਗਾ ਜੀ, ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ ਹੈ ਇਹਦੇ ਵਿੱਚ।
ਅਗਲਾ ਪ੍ਰਸ਼ਨ ਦੇਖੋ, ਇੰਨੀ ਆਸਾਨ ਆਊਗਾ। ਹੁਣ ਇਹਦੇ ਵਿੱਚ ਪੁੱਛਿਆ ਹੋਇਆ ਹੈ ਉਚਾਰਨ ਦੇ ਸਥਾਨ ਦੀ ਦ੍ਰਿਸ਼ਟੀ ਤੋਂ ਹੇਠ ਲਿਖੀਆਂ ਵਿੱਚੋਂ ਪੰਜਾਬੀ ਦੇ ਵਿਅੰਜਨਾਂ ਦੇ ਵਿੱਚੋਂ ਵੀ ਉਲਟ ਜੀ ਵਿਗੜ ਹੈ। ਵੀ ਜਦੋਂ ਆਪਾਂ ਉਚਾਰਨ ਕਰਦੇ ਹਾਂ ਉਲਟ ਜੀ ਵਿਗੜ, ਜਦੋਂ ਬੋਲਣ ਲੱਗੇ ਉਲਟ ਜੀ। ਚੈ ਤਾਂ ਨਹੀਂ ਹੈ, ਪੈ ਵੀ ਨਹੀਂ ਹੈਗਾ, ਕੈ ਵੀ ਕੰਠੀ ਆ ਗਿਆ, ਇਹ ਤਾਂ ਪੈ ਹੋਠੀ ਆ ਗਿਆ, जद कि छ अड आ गया। ये देखो ट ठ ड ड, देखिए टैंका ठैंका डा इस तरीके नाल आ गया। तो ये क्या है उलट जीबी, जो बोलन लगे जीभ उलट के पैंदी हैगी, तो ये उलट जीबी आ गई जी। अगला देखो 55 नंबर कह सकते हैं ਆਪਾਂ ਹੁਣ ਗਾਂਹ ਲਾ ਦੇਖੋ ਕਿੰਨੇ ਆਸਾਨ ਹੈ ਜੀ। ਉਚਾਰਨ ਸਥਾਨ ਦੇ ਆਧਾਰ ਤੇ ਹੇਠ ਲਿਖਿਆਂ ਵਿੱਚੋਂ ਸਵਰਾਂ ਵਿੱਚੋਂ ਕਿਹੜੇ ਅੰਤਲੇ ਸਵਰ ਹੈ। ਹੁਣ ਇੱਥੇ ਥੋੜੀ ਜਿਹੀ ਕਨਫਿਊਜ਼ਨ ਹੋ ਸਕਦੀ ਹੈ ਵੀ ਈੜੀ ਊੜਾ ਐੜਾ ਇਹਨਾਂ ਦੇ ਵਿੱਚੋਂ ਕਿਹੜਾ, ਤਾਂ ਇਹਦਾ ਵਿੱਚ ਆਊਗਾ ਜੀ ਅੰਤਲੇ ਜਿਹੜੀ 17 ਹੈਗੀਆਂ ਜਿਹੜੇ ਅਗਲੇਰੇ ਸਵਰ ਹੈ, ਅਗਲੇਰੇ ਸਵਰਾਂ ਦੇ ਬਾਰੇ ਦੱਸਣਾ ਤਾਂ ਇਹਦੇ ਵਿੱਚ ਇਹ ਆ ਜਾਣਗੇ ਊੜਾ ਐੜਾ, ਇਹ ਆ ਜਾਊਗਾ ਜੀ 4 ਨੰਬਰ ਆਪਸ਼ਨ। ਇਹ ਥੋੜ੍ਹਾ ਜਿਹਾ ਦਿੱਕਤ ਹੋ ਸਕਦੀ ਹੈ, ਬਟ ਜੇਕਰ ਤੁਸੀਂ ਪੰਜਾਬੀ ਦੀ ਗੁਰਮੁਖੀ ਦੀ ਵਰਨਮਾਲਾ ਚੰਗੀ ਤਰ੍ਹਾਂ ਦੇਖੀਏ ਤਾਂ ਦਿੱਕਤ ਨਹੀਂ ਆਊਗੀ ਜੀ ਤੁਹਾਨੂੰ ਵੀ ਇਸ ਤਰੀਕੇ ਨਾਲ ਜੀ। ਤਾਂ ਇਹਦਾ 4 ਨੰਬਰ ਹੋ ਜਾਊਗਾ ਜੀ। ਇਹ 2 ਨੰਬਰ ਲਾਇਆ, 2 ਨੰਬਰ ਨਹੀਂ ਹੈ, ਇਹਦਾ 4 ਨੰਬਰ ਆਨਸਰ ਹੈਗਾ ਜੀ। ਹੁਣ ਆਪਾਂ ਗਾਂਹ ਕਰਦੇ ਹੈਗੇ ਜੀ 56 ਨੰਬਰ ਵੀ ਦੋਹਰੇ ਪੁੱਠੇ ਕੌਮੇ ਸਿੱਧੇ ਕੌਮੇ ਦੀ ਵਰਤੋਂ ਕਦੋਂ ਕੀਤੀ ਜਾਂਦੀ। ਜਿਹੜੇ ਆਹ ਹੁੰਦੇ ਹੈਗੇ ਇਹ ਕੌਮਿਆਂ ਦੀ ਕਦੋਂ ਯੂਜ਼ ਕੀਤੇ ਜਾਂਦੇ, ਵਾਕ ਦੇ ਅਖੀਰ ਵਿੱਚ ਤਾਂ ਭਾਸ਼ਣ ਦੇਣ ਸਮੇਂ, ਕਵਿਤਾ ਦੀਆਂ ਸਤਰਾਂ ਵਿੱਚ, ਜਾਂ ਕਿਸੇ ਦੀ ਗੱਲ ਨੂੰ ਜਿਉਂ ਦਾ ਤਿਉਂ ਕਹਿ ਦੇਣਾ। ਜਦੋਂ ਆਪਾਂ ਗੱਲ ਹੈ ਨਾ ਇਨਵਰਟਡ ਕੋਮਾ ਕਦੋਂ ਹੈ, ਜਦੋਂ ਕੋਈ ਗੱਲ ਜਿਵੇਂ ਹੁੰਦੀ ਉਵੇਂ ਦੀ ਉਵੇਂ ਕਹਿ ਦੇਣਾ, ਉਦੋਂ ਹੀ ਵਰਤਦੇ ਹਾਂ। ਤਾਂ ਇਹਦਾ ਆਨਸਰ ਹੋ ਜਾਊਗਾ ਡੀ। ਹੁਣ ਆਪਾਂ ਅਗਲੇ ਗੱਲ ਕਰਾਂਗੇ ਜਿਸ ਵਿੱਦਿਆ ਰਾਹੀਂ ਭਾਸ਼ਾ ਦੇ ਨਿਯਮਾਂ ਦੀ ਪੜਚੋਲ ਤੇ ਵਿਦਿਆਰਥੀਆਂ ਦੀਆਂ ਕੀਤੀਆਂ ਜਾਂਦੀਆਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੀ। ਨਿਯਮਾਂ ਦੀ ਪੜਚੋਲ ਤਾਂ ਵਿਆਕਰਨ ਨਾਲ ਹੀ ਹੋਊਗਾ, ਦੇਖਣ ਦੀ ਲੋੜ ਨਹੀਂ ਹੈ ਜੀ, ਵਿਆਕਰਨ ਨਾਲ ਹੀ ਹੋਊਗਾ। ਵਰਨਬੋਧ ਨਾਲ ਥੋੜ੍ਹੀ ਹੁੰਦਾ, ਵਾਕਬੋਧ ਨਾਲ ਨਹੀਂ ਹੈ, ਸੰਬੰਧਬੋਧ ਨਾਲ, ਇਹ ਸਾਰੇ ਇਹਦੇ ਵਿੱਚ ਹੀ ਆ ਜਾਂਦੇ ਹੈਗੇ। ਤਾਂ ਇਹਨਾਂ ਤੋਂ ਸਭ ਤੋਂ ਵੱਡਾ ਕੌਣ ਹੈ, ਵਿਆਕਰਨ ਹੀ ਹੈਗਾ, ਕੋਈ ਦਿੱਕਤ ਨਹੀਂ ਹੈ ਜੀ। ਅੱਗੇ ਦੇਖੋ ਜੀ 58 ਨੰਬਰ ਦੇਖੋ ਜੀ ਹੱਥ ਸ਼ਬਦ, ਹੱਥ ਦਾ ਹੱਥਾਂ ਨਹੀਂ ਹੁੰਦਾ ਸਮਾਨਾ। ਇਹਦੇ ਵਿੱਚ ਕੀ ਪੁੱਛਿਆ ਗਿਆ ਜੀ, ਹੱਥ ਸ਼ਬਦ ਦਾ ਬਹੁਵਚਨ ਕੀ ਹੈ, ਹੱਥਾਂ ਨਹੀਂ ਕਰਕੇ ਆਉਣਾ, ਹੱਥੀ ਵੀ ਨਹੀਂ ਹੈ, ਹੱਥ ਵੀ ਨਹੀਂ ਹੈ, ਹੱਥ ਦਾ ਹੱਥ ਹੀ ਹੋਊਗਾ ਜੀ, ਧਿਆਨ ਰੱਖਿਓ ਜੀ। ਰੋਪੜ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਜੀ। ਤਾਂ ਇਹ ਦੇਖੋ ਇਹਦਾ ਲੈਵਲ ਜ਼ਿਆਦਾ ਹੈਵੀ ਹੈਗਾ, ਤੁਹਾਡਾ ਇਸ ਤੋਂ ਵੀ ਆਸਾਨ ਆਊਗਾ। ਅਤੇ ਮਾਝੀ, ਪੁਆਧੀ, ਮਲਵਈ, ਦੁਆਬੀ, ਤਾਂ ਪੁਆਧੀ ਬੋਲੀ ਜਾਂਦੀ ਹੈ ਜੀ। ਥੋੜ੍ਹਾ ਜਿਹਾ ਜੇ ਅਗਰ ਵਰਗ ਬਠਿੰਡੇ ਕੋਲੇ ਮਲਵਈ ਬੋਲੀ ਜਾਂਦੀ ਹੈ, ਬਠਿੰਡਾ ਫਿਰੋਜ਼ਪੁਰ ਮਲਵਈ ਬੋਲੀ ਜਾਂਦੀ ਹੈ, ਅੰਮ੍ਰਿਤਸਰ ਕੋਲੇ ਮਾਝੀ ਬੋਲੀ ਜਾਂਦੀ ਹੈ। ਤਾਂ ਥੋੜ੍ਹਾ ਜਿਹਾ ਦੇਖ ਲਿਓ ਤੁਸੀਂ। ਹੁਣ ਜਿਹੜਾ ਲਾਸਟ ਪ੍ਰਸ਼ਨ ਹੈ ਉਹ ਕਿਸ ਤਰ੍ਹਾਂ, ਕਵਿਤਾ ਦੀ ਕਿਹੜੀ ਸਿੱਖਿਆ ਵਿਧੀ ਛੋਟੇ ਬੱਚਿਆਂ ਲਈ ਉੱਤਮ ਮੰਨੀ ਜਾਂਦੀ ਹੈ। ਸ਼ਬਦਾਰਥ ਵਿਧੀ, ਪ੍ਰਸ਼ਨ ਉੱਤਰ ਵਿਧੀ, ਵਿਦਿਆਰਥੀ ਜਾਂ ਗੀਤ ਅਤੇ ਨਾਟਕ। ਬੱਚਿਆਂ ਨੂੰ ਗੀਤ ਗਾ ਕੇ ਸੁਣਾਏ ਜਾਣ ਜਾਂ ਨਾਟਕ ਕਰਕੇ ਦਿਖਾਇਆ ਜਾਂਦਾ, ਬੱਚੇ ਜ਼ਿਆਦਾ ਇੰਟਰਸਟ ਲੈਂਦੇ ਆ। ਤਾਂ ਇਸ ਤਰੀਕੇ ਨਾਲ ਇਹ ਟੀਚਿੰਗ ਮੈਥਡ ਦੇ ਆ। ਤਾਂ ਦੇਖੋ ਇਹ ਜਿਹੜੇ ਪ੍ਰਸ਼ਨ ਹੈ ਇਹ ਤੁਸੀਂ ਇਸ ਤਰੀਕੇ ਨਾਲ ਕਰਨੇ ਹੈਗੇ, ਯਾਨੀ ਤੁਹਾਡੇ ਟੀਚਿੰਗ ਮੈਥਡ ਦੇ 5 ਤੋਂ 6 ਕੁਐਸਚਨ ਹੈਗੇ। 2-3 ਸਮਾਨਾਰਥਕ ਦੇ ਆ ਜਾਂਦੇ ਆ, 1-2-3 ਮੁਹਾਵਰਿਆਂ ਦੇ ਆ ਜਾਂਦੇ ਹੈਗੇ, ਅਤੇ 2-3 ਵਰਨਮਾਲਾ ਸ਼ੁਰੂ ਵਾਲੀ ਹੈਗੀ ਉਹਦੇ ਵਿੱਚੋਂ ਆ ਜਾਂਦੇ ਹੈਗੇ। ਉਸ ਦੇ ਬਾਅਦ 10% ਤੁਹਾਡੇ ਪੈਰਿਆਂ ਵਿੱਚੋਂ ਆ ਜਾਣਗੇ। ਤਾਂ ਕੋਈ ਸਮੱਸਿਆ ਨਹੀਂ ਹੋਣੀ, ਤੁਸੀਂ ਆਰਾਮ ਨਾਲ ਕਰ ਸਕਦੇ ਹੋ, ਆਰਾਮ ਨਾਲ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਇਹਨੂੰ ਪੋਜ਼ੀਟਿਵਿਟੀ ਨਾਲ ਲੈ ਕੇ ਕਰੋ, ਤੁਹਾਡਾ ਕੋਈ ਵੀ ਪ੍ਰਸ਼ਨ ਗਲਤ ਨਹੀਂ ਹੋਊਗਾ। ਇਹਨੂੰ ਇੱਕ ਕਹਿ ਸਕਦੇ ਹਾਂ ਆਪਾਂ ਪੋਜ਼ੀਟਿਵ ਐਨਰਜੀ, ਸਕਾਰਾਤਮਕ ਊਰਜਾ ਨਾਲ ਲੈ ਕੇ ਚੱਲੋ, ਤੁਹਾਡਾ ਕੋਈ ਵੀ ਪ੍ਰਸ਼ਨ ਗਲਤ ਨਹੀਂ ਹੋਊਗਾ। ਪੰਜਾਬੀ, ਜੇਕਰ ਤੁਹਾਨੂੰ ਪੰਜਾਬੀ ਤੋਂ ਡਰ ਲੱਗਦਾ ਹੈਗਾ, ਪੰਜਾਬੀ ਪੜ੍ਹਨ 'ਚ ਦਿੱਕਤ ਹੁੰਦੀ ਹੈ, ਤਾਂ ਪੰਜਾਬੀ ਨੂੰ ਲਾਸਟ 'ਚ ਕਰ ਲਿਓ। ਜੇ ਇੰਟਰਸਟਿੰਗ ਹੈ ਤਾਂ ਪਹਿਲਾਂ ਕਰ ਲਿਓ, ਜਿਵੇਂ ਤੁਹਾਨੂੰ ਠੀਕ ਲੱਗਦਾ ਉਸ ਤਰੀਕੇ ਨਾਲ ਕਰਿਓ। 26 ਤਰੀਕ ਨੂੰ ਪੇਪਰ ਹੈ ਜੀ, ਵਧੀਆ ਤਰੀਕੇ ਨਾਲ ਕਰਕੇ ਆਉਣਾ ਹੈ। ਅਤੇ ਤੁਹਾਨੂੰ ਆਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਜੈ ਹਿੰਦ, ਜੈ ਭਾਰਤ।